ਗਰਾਊਂਡ ਪੰਜਾਬ ਟੀਵੀ ਨਾਲ ਜੁੜ ਚੁੱਕੇ ਹੋ ਤੁਸੀਂ। ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾੜ। ਦੋਸਤੋ, ਅੱਜ ਦੀ ਵਿਚਾਰ ਚਰਚਾ ਦਾ ਵਿਸ਼ਾ ਬੜਾ ਗੰਭੀਰ ਹੈ। ਮੈਂ ਹਰ ਗੱਲ ਜਿਹੜੀ ਆ ਉਹ ਤਹਿ ਤੱਕ ਜਾ ਕੇ ਕਰਨੀ ਚਾਹੁੰਦਾ ਕਿ ਸਾਡੇ ਲੋਕਾਂ ਦੀ, ਖਾਸ ਕਰਕੇ ਪੰਜਾਬੀਆਂ ਦੀ, ਸਿੱਖਾਂ ਦੀ ਮਾਨਸਿਕਤਾ ਇੰਨੀ ਗਿਰਾਵਟ ਵੱਲ ਕਿਉਂ ਜਾ ਰਹੀ ਹੈ। ਪਿਛਲੇ ਦਿਨਾਂ ਦੀਆਂ ਜੋ ਘਟਨਾਵਾਂ ਵਾਪਰੀਆਂ ਨੇ, ਜੋ ਖਬਰਾਂ ਮੈਨੂੰ ਸੁਣਨ ਅਤੇ ਪੜ੍ਹਨ ਨੂੰ ਮਿਲਦੀਆਂ ਰਹੀਆਂ, ਔਰ ਤੁਸੀਂ ਸਾਰਿਆਂ ਨੇ ਵੀ ਉਹਨਾਂ ਖਬਰਾਂ 'ਤੇ ਕੇਂਦਰਿਤ ਜ਼ਰੂਰ ਰਹੇ ਹੋ, ਕਿਉਂਕਿ ਖਬਰਾਂ ਬਹੁਤ ਵੱਡੀਆਂ ਸਨ। ਉਹਨਾਂ ਨੂੰ ਅੱਖੋਂ ਪਰੋਖੇ ਨਹੀਂ ਸੀ ਕੀਤਾ ਜਾ ਸਕਦਾ। ਜਿਸ 'ਚ ਸਿੱਧੂ ਮੂਸੇਵਾਲਾ ਮਸ਼ਹੂਰ ਪੰਜਾਬ ਦਾ ਗਾਇਕ ਸੀ, ਦੁਨੀਆ ਭਰ 'ਚ ਉਹਨੇ ਆਪਣਾ ਨਾਂ ਕਮਾਇਆ ਸੀ, ਅਤੇ ਉਹਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ 400 ਤੋਂ ਜਿਹੜੇ ਉਸ ਤੋਂ ਪਹਿਲਾਂ 400 ਤੋਂ ਵੱਧ ਜਿਹੜੇ ਲੋਕਾਂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਵਾਪਸ ਲਈ ਸੀ, ਉਹ ਵੀ ਮੁੱਦਾ ਇੱਕ ਅਹਿਮ ਬਣਿਆ। ਔਰ ਲੋਕਾਂ ਨੇ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਵੀ ਇਸ ਨਾਲ ਜੋੜ ਕੇ ਵੇਖਿਆ ਕਿ ਸੁਰੱਖਿਆ ਵਾਪਸ ਲੈਣ ਕਰਕੇ, ਉਹਨੂੰ ਇਸ ਕਦਰ ਪ੍ਰਚਾਰਨ ਕਰਕੇ ਉਹਨਾਂ ਅਨਸਰਾਂ ਦੇ ਹੌਸਲੇ ਬੁਲੰਦ ਹੋਏ ਜਿਹੜੇ ਸਿੱਧੂ ਨੂੰ ਨਿਸ਼ਾਨੇ 'ਤੇ ਰੱਖ ਕੇ ਬੈਠੇ ਸਨ। ਸੋ ਇਹ ਤਾਂ ਇੱਕ ਵਿਸ਼ਾ ਵੱਖਰਾ ਇਹਦੇ ਨਾਲ ਜੁੜਿਆ ਹੋਇਆ, ਪਰ ਮੈਂ ਗੱਲ ਕਰਨੀ ਚਾਹੁੰਦਾ ਅਕਾਲ ਦੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਜੋ ਇਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਖਾਲਸਾ ਨੇ, ਕਿਉਂਕਿ ਉਹਨਾਂ ਦੀ ਸੁਰੱਖਿਆ ਵੀ ਉਹਨਾਂ ਦਿਨਾਂ 'ਚ ਵਾਪਸ ਲੈਣ ਦੀ ਗੱਲ ਪੰਜਾਬ ਸਰਕਾਰ ਨੇ ਖੂਬ ਪ੍ਰਚਾਰੀ, ਅਤੇ ਸਥਿਤੀ ਜਿਹੜੀ ਹੈ ਉਹ ਤਣਾਅਪੂਰਨ ਜੀ ਬਣੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੁਲਾਜ਼ਮਾਂ ਨੇ ਫੈਸਲਾ ਲਿਆ ਕਿ ਉਹ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸੁਰੱਖਿਆ ਕਰਨਗੇ। ਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਈ ਵੀ ਹੋਵੇ ਮੌਜੂਦਾ ਦੌਰ ਵਿੱਚ, ਉਹਦੀ ਸੁਰੱਖਿਆ ਕਰਨੀ ਕਿੰਨੀ ਕੁ ਯਕੀਨੀ ਹੈ ਔਰ ਕਿੰਨੀ ਕੁ ਜ਼ਰੂਰੀ ਹੈ। ਸੋ ਜਦੋਂ ਕਮੈਂਟਬਾਜ਼ੀ ਫੇਸਬੁੱਕ 'ਤੇ ਵੇਖੀ ਦੀ ਆ, ਫੇਸਬੁੱਕ ਦੇ ਵਿਦਵਾਨਾਂ ਦੀ, ਤਾਂ ਮਨ ਨੂੰ ਬੜਾ ਦੁੱਖ ਹੁੰਦਾ ਕਿ ਅਸੀਂ ਕਿਸੇ ਦੀ ਸਸਤੀ ਸ਼ੋਹਰਤ ਪ੍ਰਾਪਤ ਕਰਨ ਦੇ ਲਈ ਆਪਣੀਆਂ ਧਾਰਮਿਕ ਰਹੁ ਰੀਤਾਂ, ਪਰੰਪਰਾਵਾਂ, ਧਾਰਮਿਕ ਅਕੀਦਿਆਂ ਨੂੰ, ਧਾਰਮਿਕ ਸਥਾਨਾਂ ਦਾ ਪ੍ਰਬੰਧ ਚਲਾਉਣ ਵਾਲੀਆਂ ਹਸਤੀਆਂ ਨੂੰ ਅੱਖੋਂ ਪਰੋਖੇ ਕਰਕੇ ਬਹੁਤ ਹੀ ਘਟੀਆ ਦਰਜੇ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ। ਸ੍ਰੀ ਅਕਾਲ ਤਖਤ ਸਾਹਿਬ ਨੂੰ ਜੇ ਮੁੱਢ ਕਦੀਮ ਤੋਂ ਵੇਖਿਆ ਜਾਵੇ ਕਿ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ 1606 ਦੇ ਵਿੱਚ ਲਗਭਗ ਜੂਨ ਦੇ ਮਹੀਨੇ, ਸ਼ਾਇਦ ਜੇ ਮੈਂ ਭੁੱਲਦਾ ਨਾ ਵਾ, ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ ਸੀ। ਔਰ ਸਥਾਪਨਾ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ, ਜੋ ਇਤਿਹਾਸਕ ਹਵਾਲੇ ਮਿਲਦੇ ਆ, ਕਿ ਆਪਣੇ ਹੱਥਾਂ ਨਾਲ ਇਸ ਇਮਾਰਤ ਦੀ ਤਿਆਰੀ ਕੀਤੀ ਸੀ, ਬਿਨਾਂ ਕਿਸੇ ਮਿਸਤਰੀ ਤੋਂ, ਬਿਨਾਂ ਕਿਸੇ ਹੋਰ ਅਮਲੇ ਤੋਂ। ਖੁਦ ਗੁਰੂ ਸਾਹਿਬ ਨੇ ਵੀ ਫਰਮਾਨ ਕੀਤਾ ਸੀ ਕਿ ਇਹ ਭਾਈ ਸਾਹਿਬ ਜਿਹੜੇ ਆ ਇਹ ਸੇਵਾ ਕਰਨਗੇ। ਕਈ ਇਤਿਹਾਸਕ ਗ੍ਰੰਥਾਂ ਦੇ ਵਿੱਚੋਂ ਇਹਦੇ ਹਵਾਲੇ ਮਿਲਦੇ ਨੇ, ਕਿਤੇ ਉਹ ਵੀ ਆਪਾਂ ਵਿਸਤਾਰ 'ਚ ਜ਼ਿਕਰ ਕਰਾਂਗੇ। ਸੋ ਇਹ ਤਖਤ ਅਕਾਲ ਦਾ ਤਖਤ ਸੀ। ਇੱਥੋਂ ਇਕੱਲੀ ਸਿੱਖ ਕੌਮ ਜਾਂ ਇਕੱਲੇ ਪੰਜਾਬੀਆਂ ਦੇ ਫੈਸਲੇ ਨਹੀਂ ਸੀ ਲੈ ਜਾਂਦੇ ਹੁੰਦੇ, ਸਮੁੱਚੀ ਦੁਨੀਆ ਦੇ ਇੱਥੋਂ ਜਿਹੜੇ ਇਤਿਹਾਸਕ ਅਤੇ ਦੁਰਲੱਭ ਫੈਸਲੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਹੁੰਦੇ ਰਹੇ ਨੇ, ਅਤੇ ਲੋਕ ਮਾਨਤਾ ਵੀ ਦਿੰਦੇ ਰਹੇ ਨੇ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਿਉਂ ਕੀਤੀ, ਇਹ ਵੀ ਇੱਕ ਬੜਾ ਲੰਮੀ ਵਿਚਾਰ ਚਰਚਾ ਦਾ ਵਿਸ਼ਾ ਹੈ। ਫਿਰ ਇਹ 'ਤੇ ਆਪਾਂ ਨਜ਼ਰਸਾਨੀ ਕਰਾਂਗੇ। ਅੱਜ ਦਾ ਮਾਮਲਾ ਹੈ ਸੁਰੱਖਿਆ ਮਾਮਲੇ ਉੱਤੇ। ਸ੍ਰੀ ਅਕਾਲ ਤਖਤ ਸਾਹਿਬ ਨੂੰ ਕਈ ਲੋਕਾਂ ਵੱਲੋਂ ਕਿਹਾ ਜਾਂਦਾ ਕਿ ਇੱਥੇ ਜਿਹੜਾ ਜਥੇਦਾਰ ਬਿਠਾਇਆ ਜਾਂਦਾ ਉਹ ਪੁਜਾਰੀ ਹੈ ਜੀ, ਪੁਜਾਰੀ ਸਿਸਟਮ ਹੈ, ਉਹ ਬ੍ਰਾਹਮਣਵਾਦ ਨੂੰ ਤਰਜੀਹ ਦਿੰਦਾ ਹੈ, ਬੜਾਵਾ ਦਿੰਦਾ ਹੈ। ਪਰ ਨਹੀਂ ਦੋਸਤੋ, ਅਸੀਂ ਉਹਨਾਂ ਗੱਲਾਂ ਨੂੰ ਮੰਨਣਾ ਆ ਜਿਹੜੀਆਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸਾਡੇ ਸਾਹਮਣੇ ਪੇਸ਼ ਕੀਤੀਆਂ ਨੇ, ਮਿਸਾਲ ਪੈਦਾ ਕੀਤੀ ਹੈ, ਸਾਨੂੰ ਜੀਵਨ ਜਾਚ ਦਿੱਤੀ ਹੈ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1600 ਲਗਭਗ 18 ਈਸਵੀ ਦੇ ਕਰੀਬ, ਸ਼ਾਇਦ ਜੇ ਮੈਂ ਭੁੱਲਦਾ ਨਾ ਵਾਂ, ਮੇਰੇ ਕੋਲ ਅੰਕੜੇ ਹੈਗੇ ਨੇ, ਮੈਂ ਇੱਕ ਵਾਰੀ ਨਜ਼ਰਸਾਨੀ ਜ਼ਰੂਰ ਕਰਾਂਗਾ, ਕਿ 1618 ਦੇ ਵਿੱਚ, ਬਿਲਕੁਲ ਠੀਕ ਹੈ ਜੀ, 1618 ਦੇ ਵਿੱਚ ਭਾਈ ਗੁਰਦਾਸ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਪਹਿਲਾ ਮੁੱਖ ਸੇਵਾਦਾਰ ਕਹਿ ਲਈਏ ਜਾਂ ਜਥੇਦਾਰ ਸਾਹਿਬ ਥਾਪਿਆ। ਔਰ ਉਹ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਜਾਂ ਧਰਮ ਨਾਲ ਜੁੜੇ ਹੋਏ ਜਿੰਨੇ ਵੀ ਫੈਸਲੇ ਸਨ ਸ੍ਰੀ ਅਕਾਲ ਤਖਤ ਸਾਹਿਬ ਤੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਭਾਈ ਗੁਰਦਾਸ ਜੀ ਕੋਲੋਂ ਕਰਵਾਉਂਦੇ ਸਨ, ਔਰ ਆਪ ਉਹ ਸਮੁੱਚਾ ਪ੍ਰਬੰਧ ਜਿਹੜਾ ਸ੍ਰੀ ਦਰਬਾਰ ਸਾਹਿਬ ਦਾ ਦੇਖਦੇ ਸਨ। ਹੋਰ ਸਿੱਖਾਂ ਨਾਲ ਜੁੜੇ ਹੋਏ ਮਸਲੇ ਜਿਹੜੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਕੋਲੋਂ ਸਿੱਖ ਚਾਹੁੰਦੇ ਸਨ, ਉਹਨਾਂ ਨਾਲ ਸਾਂਝਾ ਕਰਨਾ, ਉਹਨਾਂ ਕੋਲੋਂ ਹੱਲ ਕਰਵਾਉਣਾ, ਉਹ ਦੇਖਦੇ ਸਨ। ਅਤੇ ਕਿਉਂਕਿ ਗੁਰੂ ਸਾਹਿਬ ਨੇ ਉਦੋਂ ਘੋੜਸਵਾਰੀ, ਜੰਗਾਂ ਯੁੱਧਾਂ ਬਾਰੇ ਵੀ ਗੱਲਾਂ ਕੀਤੀਆਂ, ਔਰ ਜੰਗਾਂ ਯੁੱਧਾਂ ਕੀਤੀਆਂ ਵੀ, ਇਸ ਕਰਕੇ ਉਹਨਾਂ ਦਾ ਧਿਆਨ ਉੱਧਰ ਜ਼ਿਆਦਾ ਕੇਂਦਰਿਤ ਸੀ, ਅਤੇ ਭਾਈ ਗੁਰਦਾਸ ਜੀ ਸਮੁੱਚਾ ਪ੍ਰਬੰਧ ਸ੍ਰੀ ਅਕਾਲ ਤਖਤ ਸਾਹਿਬ ਦਾ ਸੰਭਾਲਦੇ ਸੀ। ਔਰ ਇੱਕ ਛਾਪ ਪੂਰੀ ਦੁਨੀਆ ਦੇ ਵਿੱਚ ਬਣ ਚੁੱਕੀ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ 'ਤੇ ਗਿਆ ਹੋਇਆ ਕੋਈ ਵੀ ਮਾਮਲਾ ਜਿਹੜਾ ਹੈ, ਉੱਥੇ ਬੇਇਨਸਾਫੀ ਨਹੀਂ ਹੁੰਦੀ, ਇਨਸਾਫ ਕੀਤਾ ਜਾਂਦਾ ਹੈ। ਉੱਥੇ ਧਰਮਾਂ ਨੂੰ
ਰੀਤੀ ਹੋਰ ਫਿਰਕਿਆਂ ਨੂੰ ਪਾਸੇ ਰੱਖ ਕੇ ਸਿਰਫ ਅਕਾਲ ਦੀ ਗੱਲ ਕੀਤੀ ਜਾਂਦੀ ਹੈ, ਔਰ ਅਕਾਲ ਦੀ ਹਜ਼ੂਰੀ ਦੇ ਵਿੱਚ ਹਰ ਫੈਸਲਾ ਜਿਹੜਾ ਆ ਇਨਸਾਫ ਨਾਲ ਕੀਤਾ ਜਾਂਦਾ। ਕਿਸੇ ਨਾਲ ਵੀ ਕੋਈ ਬੇਇਨਸਾਫੀ ਨਹੀਂ ਹੁੰਦੀ। ਪੀੜ੍ਹੀ ਦਰ ਪੀੜ੍ਹੀ ਕਹਿ ਲਈਏ ਕਿ ਇੱਥੇ ਇਵੇਂ ਦੇ ਫੈਸਲੇ ਹੁੰਦੇ ਰਹੇ, ਜਿੱਥੋਂ ਕਿ ਇੱਕ ਵਾਰੀ ਕੋਈ ਵੀ ਮੌਜੂਦਾ ਸਮੇਂ ਦਾ ਜਿਹੜਾ ਜਥੇਦਾਰ ਸੀ ਉਹ ਕੌਮ ਨੂੰ ਜਾਂ ਪੰਜਾਬੀਆਂ ਨੂੰ ਵਗਾਰ ਪਾਉਂਦਾ ਸੀ ਤਾਂ ਲੋਕ ਆਪਣੇ ਸਿਰ ਤਲੀ 'ਤੇ ਰੱਖ ਕੇ ਚੱਲ ਆਉਂਦੇ ਸਨ। ਪਰ ਪਿਛਲੇ ਕੁਝ ਸਮੇਂ ਤੋਂ ਕੋਈ 2 ਕੁ ਦਹਾਕਿਆਂ ਦੀ ਗੱਲ ਹੈ, ਜਦੋਂ ਦਾ 2-3 ਦਹਾਕਿਆਂ ਦੀ ਗੱਲ ਹੈ, ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਪੰਜਾਬ 'ਚ ਸਥਾਪਿਤ ਹੋਇਆ। ਔਰ ਹੁਣ ਤਾਂ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਨੂੰ ਵੇਖਿਆ ਜਾਂਦਾ ਰਿਹਾ ਤਾਂ ਲੋਕਾਂ ਦੇ ਵਿੱਚ ਇੰਨਾ ਰੋਸ ਇਸ ਕਰਕੇ ਹੁਣ ਮੌਜੂਦਾ ਦੌਰ ਦੇ ਸਮੇਂ 'ਚ ਪੈਦਾ ਹੋ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਿਛਲੇ 2 ਕੁ ਦਹਾਕਿਆਂ ਤੋਂ ਅਜਿਹੇ ਫੈਸਲੇ ਕੀਤੇ ਗਏ ਨੇ ਜਿਹੜੇ ਕੌਮ ਨੂੰ ਨਾ ਮਨਜ਼ੂਰ ਨੇ, ਜਿਹਦੇ ਵਿੱਚ ਸਰਸਾ ਸਾਧ ਨੂੰ ਮੁਆਫੀ ਦੇਣੀ, ਸ੍ਰੀ ਅਕਾਲ ਤਖਤ ਸਾਹਿਬ ਤੇ 5 ਸਿੰਘ ਸਾਹਿਬਾਨਾਂ ਨੂੰ 5 ਪਿਆਰਿਆਂ ਨੂੰ ਛੇਕ ਦੇਣਾ, ਸਰਸਾ ਸਾਧ ਦੇ ਨਾਲ ਮਿਲ ਕੇ ਉਹਦੀ ਫਿਲਮ ਚਲਾਉਣ ਲਈ ਪੰਜਾਬ 'ਚ ਜਾਂ ਹੋਰ ਤਰ੍ਹਾਂ ਦੇ ਫੈਸਲੇ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੇ ਜਥੇਦਾਰ ਕੋਲ ਕਰਵਾਏ ਜਾਂਦੇ ਰਹੇ, ਜਿਸ ਦਾ ਸਿੱਖ ਸੰਗਤ 'ਚ ਬਹੁਤ ਵੱਡਾ ਅਤੇ ਭਾਰੀ ਰੋਹ ਸੀ। ਕਈਆਂ ਨੇ ਤਾਂ ਇੱਥੋਂ ਤੱਕ ਵੀ ਮੰਨ ਲਿਆ ਕਿ ਜੇ ਬਾਂਹ ਰੋਗੀ ਹੋ ਗਈ ਹੈ, ਬਾਂਹ ਨੂੰ ਕੋੜ ਹੋ ਗਿਆ, ਤੈਨੂੰ ਵੱਢ ਕੇ ਸੁੱਟ ਦਿੱਤਾ ਜਾਵੇ। ਸ੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਰਹੀ ਔਰ ਅੱਜ ਵੀ ਵਰਤੀ ਜਾ ਰਹੀ ਹੈ। ਇਹਦੇ ਲਈ ਦੋਸ਼ੀ ਹੋਰ ਕੋਈ ਨਹੀਂ ਆ, ਮੁੱਖ ਸੇਵਾਦਾਰ ਹੀ ਹੈ, ਜਿਨ੍ਹਾਂ ਨੇ ਆਪਣੀ ਭੂਮਿਕਾ ਨੂੰ ਨਹੀਂ ਪਛਾਣਿਆ ਕਿ ਉਹ ਇਸ ਵੇਲੇ ਕਿਸ ਤਖਤ ਦੇ ਸੇਵਾਦਾਰ ਨੇ ਜਾਂ ਜਥੇਦਾਰ ਨੇ, ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ ਕਿ ਤਖਤ ਬਹੇ ਤਖਤੇ ਕੇ ਲਾਇਕ। ਅਤੇ ਜੇ ਲਾਇਕ ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਨੂੰ ਤਖਤ 'ਤੇ ਬਿਠਾਇਆ ਸੀ ਕਿ ਉਹ ਤਖਤ ਦੇ ਲਾਇਕ ਸਨ। ਤਾਂ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਅਜਿਹਾ ਫੈਸਲਾ ਕੀਤਾ ਹੋਵੇ ਜਿਹੜਾ ਇਤਿਹਾਸ ਦੇ ਅੰਦਰ ਉਹਨਾਂ ਦੀ ਮਹਾਨਤਾ ਨੂੰ ਘਟਾ ਕੇ ਪੇਸ਼ ਕਰਦਾ ਹੋਵੇ। ਉਹਨਾਂ ਤੋਂ ਬਾਅਦ ਭਾਈ ਮਨੀ ਸਿੰਘ, ਹੋਰ ਵੀ ਜਿਹੜੇ ਗੁਰੂ ਪਾਤਸ਼ਾਹ ਦੇ ਬਚਨਾਂ ਨੂੰ ਪ੍ਰਣਾਏ ਹੋਏ ਸਿੰਘ ਸਨ, ਉਹ ਸਮੇਂ-ਸਮੇਂ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਨਿਭਾਉਂਦੇ ਰਹੇ ਨੇ ਜ਼ਿੰਮੇਵਾਰੀ ਸਮਝ ਕੇ। ਪਰ ਪਿਛਲੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤਾਂ ਉਹ ਕਿ ਇੱਕ ਜੋ ਇਲਜ਼ਾਮ ਲੱਗਦਾ ਕਿ ਪਰਿਵਾਰਵਾਦ ਦੀ ਗੱਲ ਤੋਂ ਇਲਾਵਾ ਆਪਾਂ ਅੱਗੇ ਵਧੇ ਹੀ ਨਹੀਂ। ਅੱਜ ਵੀ ਜਿਹੜਾ ਅਸੀਂ ਕੋਈ ਇਹੋ ਜਿਹਾ ਫੈਸਲਾ ਨਹੀਂ ਲੈ ਪਾ ਰਹੇ ਜਿਹਦੇ ਨਾਲ ਕੌਮ ਦੇ ਵਿੱਚ ਇੱਕ ਨਵੇਕਲੀ ਗੱਲ ਜਾਂਦੀ ਹੋਵੇ ਜਾਂ ਪਿਛਲੀਆਂ ਸਿੱਖ ਪਰੰਪਰਾਵਾਂ ਦੀ ਬਾਤ ਪਾਉਂਦੀ ਹੋਵੇ, ਤਾਂ ਨੌਜਵਾਨ ਹੁਮਾ ਕੇ ਜਿਹੜਾ ਆ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਉਸੇ ਦੀ ਤਰ੍ਹਾਂ ਉਵੇਂ ਮੰਨ ਲੈਣ। ਚਲੋ ਇਹ ਵੀ ਇੱਕ ਵਿਸ਼ਾ ਹੈ ਕਿ ਜਿਹੜੇ ਫੈਸਲੇ ਨੇ ਉਹ ਕੌਮ ਨੂੰ ਮਨਜ਼ੂਰ ਨਹੀਂ ਸਨ, ਉਹ ਕਹਿੰਦੇ ਸਨ ਕਿ ਗਲਤ ਹੋਏ, ਇੱਕ ਪਰਿਵਾਰਵਾਦ ਦੇ ਇਸ਼ਾਰੇ 'ਤੇ ਹੋਏ ਨੇ, ਤਾਂ ਉਸ ਪਰਿਵਾਰ ਨੂੰ ਜਿਹੜੀ ਆ ਸਜ਼ਾ ਵੀ ਪੰਜਾਬ ਵਾਸੀਆਂ ਨੇ ਦਿੱਤੀ ਹੈ, ਕੌਮ ਨੇ ਦਿੱਤੀ ਹੈ ਕਿ ਅੱਜ ਹਾਸ਼ੀਏ 'ਤੇ ਖੜ੍ਹੇ ਨੇ। ਪਰ ਜੇ ਗੱਲ ਮੈਂ ਸੁਰੱਖਿਆ ਦੀ ਕਰਾਂ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਦੀ ਕਰਾਂ, ਬੇਸ਼ੱਕ ਦੋਸਤੋ ਗਿਆਨੀ ਹਰਪ੍ਰੀਤ ਸਿੰਘ ਖਾਲਸਾ 100 ਵਾਰੀ ਮਾੜੇ ਹੋਣ, ਉਹ ਇੱਕ ਪਰਿਵਾਰ ਦੀ ਬੋਲੀ ਪਗਾਉਂਦੇ ਹੋਣ, ਜਾਂ ਜਿਸ ਤਰ੍ਹਾਂ ਪਿੱਛੋਂ ਹੁਕਮ ਹੁੰਦਾ ਹੋਵੇ ਉਸ ਤਰ੍ਹਾਂ ਕਰਦੇ ਹੋਣ, ਜਿਹੜੇ ਨਵੇਂ ਉਹਨਾਂ ਦੇ ਬਿਆਨ ਆਉਂਦੇ ਆ ਉਹ ਵੀ ਕਿਤੇ ਨਾ ਕਿਤੇ ਸਾਨੂੰ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦੇ ਨੇ ਕਿ ਸਮਾਂ ਵਿਹਾ ਜਾਣ ਤੋਂ ਬਾਅਦ ਅਜਿਹੇ ਬਿਆਨ ਜਿਹੜੇ ਆ ਉਹ ਇੱਕ ਪਰਿਵਾਰ ਦੀ ਸ਼ਾਖ ਬਹਾਲ ਕਰਨ ਲਈ ਹੋ ਸਕਦੇ ਆ। ਸੋ ਇਹ ਤਾਂ ਉਹ ਸਾਡੇ ਤੋਂ ਵੱਧ ਜਾਣਦੇ ਨੇ। ਮੈਂ ਇਹ 'ਤੇ ਕੋਈ ਮੋਹਰ ਨਹੀਂ ਲਾਉਂਦਾ ਕਿ ਮੇਰੀ ਹਾਜ਼ਰੀ 'ਚ ਹੋਏ ਨੇ ਜੋ ਅਫਵਾਹਾਂ ਨੇ ਸਿਆਸੀ ਖੇਤਰਾਂ ਦੇ ਵਿੱਚ, ਸਿੱਖ ਹਲਕਿਆਂ ਦੇ ਵਿੱਚ। ਪਰ ਜੇ ਸੁਰੱਖਿਆ ਦੀ ਗੱਲ ਕਰੀਏ ਤਾਂ ਸੁਰੱਖਿਆ ਬੜੀ ਜ਼ਰੂਰੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ। ਦੋਸਤੋ ਅਸੀਂ ਭਾਵੇਂ ਪਤਿਤ ਹੋਈਏ, ਭਾਵੇਂ ਅਸੀਂ ਕੋਈ ਵੀ ਨਸ਼ਾ ਕਰਦੇ ਹੋਈਏ, ਭਾਵੇਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਾ ਮੰਨਦੇ ਹੋਈਏ, ਭਾਵੇਂ ਅਸੀਂ ਡੇਰਿਆਂ ਨੂੰ, ਭਾਵੇਂ ਅਸੀਂ ਰਾਧਾ ਸਵਾਮੀਆਂ ਨੂੰ, ਭਾਵੇਂ ਦੂਜਿਆਂ ਨੂੰ, ਆਪਣੇ ਨੂਰ ਮਹਿਲੀਆਂ ਨੂੰ, ਸਰਸੇ ਵਾਲਿਆਂ ਨੂੰ, ਕਿਸੇ ਵੀ ਬਾਬੇ ਨੂੰ ਹੋਰ ਅਸੀਂ ਮੰਨਦੇ ਹੋਈਏ, ਪਰ ਸਾਡੇ ਸਿਰ 'ਤੇ ਪੱਗ, ਮੂੰਹ 'ਤੇ ਦਾੜੀ ਅਤੇ ਸਿੱਖਾਂ ਦੇ ਘਰ ਜਨਮੇ ਹੋਣ ਦਾ ਜਿਹੜਾ ਸਰਟੀਫਿਕੇਟ ਹੈ ਨਾ, ਉਹਨੂੰ ਸਿੱਖ ਵਿਰੋਧੀ ਤਾਕਤਾਂ, ਪੰਜਾਬ ਵਿਰੋਧੀ ਤਾਕਤਾਂ, ਸਿੱਖ ਫਲਸਫੇ ਵਿਰੋਧੀ ਤਾਕਤਾਂ ਕਦੇ ਵੀ ਉਸ ਇਨਸਾਨ ਨੂੰ ਮਾਨਤਾ ਨਹੀਂ ਦਿੰਦੀਆਂ ਕਿ ਇਹ ਫਲਾਣੇ ਡੇਰੇ ਦਾ ਸੇਵਕ ਹੈ ਜੀ, ਇਹਦੀ ਕੋਈ ਗੱਲ ਨਹੀਂ। ਉਹ ਸਾਨੂੰ ਸਿੱਖ ਹੀ ਮੰਨਦੀਆਂ ਨੇ। 84 ਦਾ ਕਤਲੇਆਮ ਵੀ ਦੱਸਦਾ ਹੈ ਕਿ ਉੱਥੇ ਇਹ ਨਹੀਂ ਨਿਸ਼ਾਨਦੇਹੀ ਕੀਤੀ ਗਈ ਕਿ ਇਹ ਕਿਹੜੇ ਡੇਰੇ ਦੇ ਸਿੱਖ ਨੇ, ਉੱਥੇ ਸਿਰਫ ਸਿੱਖ ਵੇਖਿਆ ਗਿਆ ਅਤੇ ਸਿੱਖ ਦਾ ਕਤਲੇਆਮ ਹੋਇਆ। ਰੱਬ ਨਾ ਕਰੇ
ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਉੱਤੇ ਸੁਰੱਖਿਆ ਘਟਾ ਕੇ ਕੋਈ ਅਜਿਹੀ ਘਟਨਾ ਵਾਪਰ ਜਾਂਦੀ, ਉੱਥੇ ਇਹ ਨਹੀਂ ਸੀ ਵੇਖਿਆ ਜਾਣਾ ਕਿ ਇਹ ਬਾਦਲਾਂ ਦਾ ਜਥੇਦਾਰ ਹੈ ਜੀ, ਇਹ ਕਾਂਗਰਸੀਆਂ ਦਾ ਜਥੇਦਾਰ ਹੈ ਜੀ, ਇਹ ਫਲਾਣਿਆਂ ਦੀ ਗੱਲ ਕਰਦਾ ਹੈ ਜੀ, ਇਹ ਫਲਾਣਿਆਂ ਦੀ ਗੱਲ ਕਰਦਾ ਹੈ। ਉੱਥੇ ਸਿਰਫ ਤੇ ਸਿਰਫ ਇਹ ਹੋਣਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੈ। ਰੱਬ ਨਾ ਕਰੇ, ਮੈਂ ਹੱਥ ਜੋੜ ਕੇ ਪਾਤਸ਼ਾਹ ਅੱਗੇ ਬੇਨਤੀ ਹੈ ਕਿ ਅਜਿਹਾ ਮਾਹੌਲ ਪੰਜਾਬ ਨੂੰ ਦੁਬਾਰਾ ਨਾ ਵੇਖਣਾ ਪਵੇ, ਜਿਹੜਾ ਸੰਤਾਪ ਪਿਛਲੇ ਸਮੇਂ 'ਚ ਅਸੀਂ ਹੰਢਾ ਚੁੱਕੇ ਹਾਂ। ਜਿਸ ਤਰ੍ਹਾਂ ਸਰਕਾਰ ਨੇ ਸਸਤੀ ਸ਼ੋਹਰਤ ਪ੍ਰਾਪਤ ਕਰਨ ਲਈ ਸੁਰੱਖਿਆ ਘਟਾ ਕੇ ਇਹਨਾਂ ਹਸਤੀਆਂ ਦੀ ਅਤੇ ਉਹਨੂੰ ਸੋਸ਼ਲ ਮੀਡੀਆ 'ਤੇ ਪ੍ਰਚਾਰਿਆ, ਤਾਂ ਉਹ ਤੋਂ ਅਗਲੇ ਦਿਨ ਹੀ ਸਿੱਧੂ ਮੂਸੇਵਾਲੇ ਦਾ ਕਤਲ ਹੋ ਜਾਂਦਾ। ਮੈਂ ਤਾਂ ਪਾਤਸ਼ਾਹ ਅੱਗੇ ਹੱਥ ਜੋੜ ਕੇ ਡੰਡੌਤ ਕਰਦਾ ਵਾਂ, ਨਤਮਸਤਕ ਹੁੰਨਾ ਕਿ ਪਾਤਸ਼ਾਹ ਤੂੰ ਬਚਾ ਲਿਆ ਹੀ ਸਾਨੂੰ ਅਜੇ ਅੱਜ ਦੇ ਸਮੇਂ 'ਚ। ਰੱਬ ਨਾ ਕਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ, ਤਾਂ ਤੁਸੀਂ ਸੋਚਿਓ, ਜਰਾ ਕਲਪਨਾ ਕਰਿਓ ਕਿ ਪੰਜਾਬ ਦੇ ਹਾਲਾਤ ਕੀ ਹੋਣੇ ਸੀ। ਕਿਸੇ ਨੇ ਨਹੀਂ ਕਹਿਣਾ ਸੀ ਕਿ ਬਾਦਲਾਂ ਦੇ ਜਥੇਦਾਰ ਨਾਲ ਇਸ ਤਰ੍ਹਾਂ ਦੀ ਗੱਲ ਹੋ ਗਈ ਹੈ ਤਾਂ ਕੋਈ ਗੱਲ ਨਹੀਂ, ਕੌਮ ਦੇ ਹਿਰਦੇ ਵਲੂੰਦਰੇ ਜਾਣੇ ਸੀ, ਪੰਜਾਬ ਨੂੰ ਫਿਰ ਬਲਦੀ ਦੇ ਬੂਥੇ 'ਚ ਝੋਂਕ ਦੇਣਾ ਸੀ। ਅਤੇ ਭਾਜਪਾ ਨੇ ਜੇ Z+ ਸੁਰੱਖਿਆ ਦੇਣ ਦਾ ਫੈਸਲਾ ਲਿਆ ਜਾਂ ਜਥੇਦਾਰ ਨੂੰ ਦਿੱਤੀ ਹੈ, ਤਾਂ ਉਹਨੂੰ ਕੋਈ ਸਿਆਸੀ ਸਟੰਟ ਨਾ ਮੰਨੋ। ਭਾਜਪਾ ਦੇ ਲੀਡਰ ਵੀ ਇਹ ਸਮਝਦੇ ਆ ਕਿ ਜੇ ਪੰਜਾਬ ਦੇ ਵਿੱਚ ਲਾਂਬੂ ਲੱਗਦਾ ਤਾਂ ਉਹਦਾ ਸੇਕ ਸਮੁੱਚੇ ਦੇਸ਼ ਨੂੰ ਹਟਾਉਣਾ ਪੈਂਦਾ। 84 ਦਾ ਕਾਂਡ ਵੀ ਸਾਰਿਆਂ ਨੇ ਵੇਖਿਆ, 47 ਦਾ ਕਾਂਡ ਵੀ ਸਾਰਿਆਂ ਨੇ ਸੁਣਿਆ ਹੋਇਆ, ਵੇਖਿਆ ਹੋਇਆ। ਫਿਰ ਕਿਉਂ ਨਹੀਂ ਅਸੀਂ ਸਮਝਦੇ? ਜੇ ਜਥੇਦਾਰ ਸਾਹਿਬ ਇਸ ਵੇਲੇ ਗਲਤ ਫੈਸਲੇ ਕਰਦੇ ਪਏ ਨੇ, ਜੇ ਤੁਹਾਨੂੰ ਲੱਗਦਾ ਹੈ ਕਿ ਪਿਛਲੇ ਸਮੇਂ 'ਚ ਵੀ ਗਲਤ ਫੈਸਲੇ ਹੋਏ ਅਤੇ ਆਉਣ ਵਾਲੇ ਸਮੇਂ 'ਚ ਵੀ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਦੀ ਸ਼ਾਖ ਬਹਾਲ ਕਰਨ ਦਾ ਕਰਕੇ ਜੋ ਸਿਆਸੀ ਖੁੱਸ ਚੁੱਕੀ ਹੈ ਉਹ ਕਰ ਰਹੇ ਨੇ, ਤਾਂ ਉਹਦਾ ਹੱਲ ਕੁਝ ਹੋਰ ਕੱਢਿਆ ਜਾਣਾ ਚਾਹੀਦਾ, ਨਾ ਕਿ ਦੂਜੀਆਂ ਸਿਆਸੀ ਪਾਰਟੀਆਂ ਨੂੰ ਲਾਭ ਪਹੁੰਚਾਉਣ ਲਈ ਸਾਨੂੰ ਅਜਿਹੀ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਜਿੱਥੇ ਸਾਡਾ ਹੀ ਭਵਿੱਖ ਜਿਹੜਾ ਆ ਉਹ ਦਾਅ 'ਤੇ ਲੱਗ ਜਾਵੇ। ਇੱਕ ਹੋਰ ਗੱਲ ਨੋਟ ਕਰ ਲਿਓ, ਇੱਥੇ ਪੰਜਾਬ ਅੰਦਰ ਜਦੋਂ ਵੀ ਕੋਈ ਅਜਿਹੀ ਸਿੱਖਾਂ ਨਾਲ ਗੱਲ ਹੁੰਦੀ ਹੈ ਤਾਂ ਇਕੱਲਾ ਸਿੱਖਾਂ ਦਾ ਵਜੂਦ ਦਾਅ 'ਤੇ ਨਹੀਂ ਲੱਗਦਾ, ਪੰਜਾਬ ਦੇ ਵਿੱਚ ਰਹਿਣ ਵਾਲੀਆਂ ਹੋਰ ਕੌਮਾਂ, ਹੋਰ ਫਿਰਕਿਆਂ, ਹੋਰ ਧਰਮਾਂ ਦੇ ਲੋਕਾਂ ਦਾ ਵੀ ਵਜੂਦ ਜਿਹੜਾ ਉਹ ਦਾਅ 'ਤੇ ਲੱਗਦਾ। ਕਿ ਇੱਥੇ ਸਾਡੇ ਦੂਜੇ ਭਾਈਚਾਰੇ ਦੇ ਲੋਕ ਨੇ, ਹਿੰਦੂ ਭਾਈਚਾਰੇ ਦੇ ਲੋਕ ਨੇ, ਹੋਰ ਧਰਮਾਂ ਦੇ ਲੋਕ ਨੇ, ਕਿ ਉਹ ਸੁਰੱਖਿਅਤ ਮਹਿਸੂਸ ਕਰ ਸਕਣਗੇ? ਸੋ ਇਸ ਕਰਕੇ ਇਹਨਾਂ ਬਚਕਾਨੀਆਂ ਗੱਲਾਂ ਤੋਂ ਹਟੀਏ। ਪੰਜਾਬ ਸਰਕਾਰ ਦੀ ਜਿਹੜੀ ਆ ਉਹ ਵਾਹਵਾ ਲੈਣ ਦੀ ਬਜਾਏ ਆਪਣੇ ਦਿਮਾਗ 'ਤੇ ਬੋਝ ਪਾਈਏ ਕਿ ਅਸੀਂ ਲੱਖ ਦਰਜੇ ਮਾੜੇ ਹੋਈਏ, ਅਸੀਂ ਸਿੱਖ ਹਾਂ ਅਤੇ ਸਿੱਖ ਹੀ ਰਹਿਣਾ ਹੈ। ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਸਾਡੀ ਕੋਈ ਹੋਰ ਪੰਥਕ ਸ਼ਖਸੀਅਤ ਨਾਲ ਅਜਿਹੀ ਕੋਈ ਘਟਨਾ ਵਾਪਰਦੀ ਹੈ ਤਾਂ ਉਹਦਾ ਖਮਿਆਜ਼ਾ ਪੂਰੀ ਸਿੱਖ ਕੌਮ ਅਤੇ ਪੂਰੇ ਪੰਜਾਬ ਨੂੰ ਭੁਗਤਣਾ ਪਏਗਾ। ਸੋ ਇਸ ਕਰਕੇ ਸਾਨੂੰ ਇਹ ਸੋਚਣਾ ਪਏਗਾ ਕਿ ਅਸੀਂ ਆਪਣੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਛੱਡ ਕੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਬਜਾਏ ਕੌਮ ਨੂੰ ਸਮਰਪਿਤ ਹੋਈਏ। ਇਹਦਾ ਮਤਲਬ ਇਹ ਨਹੀਂ ਹੈ ਕਿ ਅੱਜ ਮੈਂ ਗਲਤ ਹਾਂ, ਅੱਜ ਮੈਂ ਸਿੱਖ ਪਰੰਪਰਾਵਾਂ ਦਾ ਬਾਗੀ ਹੋਵਾਂ ਜਾਂ ਦੋਸ਼ੀ ਹੋਵਾਂ, ਮੈਂ ਉਹਨਾਂ ਦੇ ਅਨੁਕੂਲ ਨਹੀਂ ਚੱਲਦਾ ਹੋਵਾਂ ਤਾਂ ਮੈਂ ਸਹੀ ਹਾਂ। ਸਿੱਖ ਫਲਸਫਾ, ਗੁਰੂ ਸਾਹਿਬ ਦੀ ਮਰਿਆਦਾ, ਸਿੱਖ ਰਹੁ ਰੀਤਾਂ, ਸਿੱਖ ਪਰੰਪਰਾਵਾਂ ਬਿਲਕੁਲ ਆਪਣੀ ਜਗ੍ਹਾ 'ਤੇ ਸਹੀ ਨੇ, ਕਿਉਂਕਿ ਗੁਰੂ ਸਾਹਿਬ ਦਾ ਫਰਮਾਨ ਹੈ। ਗਲਤ ਅਸੀਂ ਹਾਂ। ਅਸੀਂ ਆਪਣੀ ਗਲਤੀ ਨੂੰ ਲੁਕਾਉਣ ਦੀ ਬਜਾਏ ਧਾਰਮਿਕ ਫਲਸਫੇ ਨੂੰ, ਸਿੱਖ ਕੌਮ ਨੂੰ, ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਘਟਾ ਕੇ ਨਹੀਂ ਵੇਖ ਸਕਦੇ। ਅਕਾਲ ਦਾ ਤਖਤ ਹੈ ਔਰ ਅਕਾਲ ਦੇ ਤਖਤ ਦੇ ਉੱਤੋਂ ਸਮੁੱਚੀ ਮਾਨਵਤਾ ਨੂੰ ਇਨਸਾਫ ਮਿਲਦਾ ਰਿਹਾ ਹੈ। ਕੋਈ ਗੱਲ ਨਹੀਂ, ਸਮਾਂ ਬੜਾ ਬਲਵਾਨ ਹੈ, ਅੱਗੇ ਵੀ ਭੀੜਾਂ ਪੈਂਦੀਆਂ ਰਹੀਆਂ ਨੇ, ਅੱਗੇ ਵੀ ਇੱਥੇ ਮਹੰਤਾਂ ਦਾ ਕਬਜ਼ਾ ਰਿਹਾ, ਅੱਗੇ ਵੀ ਬੜਾ ਕੁਝ ਸਿੱਖ ਗੁਰਦੁਆਰਿਆਂ ਦੇ ਗੁਰਧਾਮਾਂ 'ਤੇ ਹੁੰਦਾ ਰਿਹਾ, ਤਾਂ ਲਛਮਣ ਸਿੰਘ ਧਾਰੋਵਾਲ ਵਰਗਿਆਂ ਨੇ ਕੁਰਬਾਨੀਆਂ ਦਿੱਤੀਆਂ ਨੇ। ਕੌਮ ਹਮੇਸ਼ਾ ਹੀ ਸਾਡੀ ਕੁਰਬਾਨੀਆਂ ਮੰਗਦੀ ਹੈ ਅਤੇ ਕੁਰਬਾਨੀਆਂ ਦੇ ਕੇ ਹੀ ਇਹਦੀ ਜਿਹੜੀ ਹੋਂਦ ਹੈ ਉਹ ਬਰਕਰਾਰ ਰਹਿਣੀ ਹੈ। ਜੇ ਅੱਜ ਸ੍ਰੀ ਅਕਾਲ ਤਖਤ ਸਾਹਿਬ 'ਤੇ ਇੱਕ ਪਰਿਵਾਰ ਦਾ ਕਬਜ਼ਾ ਹੈ ਤਾਂ ਉਸ ਪਰਿਵਾਰ ਦੀ ਸਿਆਸੀ ਹਾਲਤ ਤੁਹਾਡੇ ਕੋਲ ਲੁਕੀ ਨਹੀਂ ਆ। ਲਾਮਬੰਦ ਹੋਵੋ। ਪੰਜਾਬ ਜਾਂ ਸਿੱਖ ਵਿਰੋਧੀ ਤਾਕਤਾਂ ਨੂੰ ਅਜਿਹਾ ਮੌਕਾ ਨਾ ਦਿਓ ਕਿ ਉਹ ਤੁਹਾਡੇ 'ਤੇ ਸਵਾਰੀ ਕਰਕੇ ਤੁਹਾਡਾ ਨੁਕਸਾਨ ਕਰਨ। ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਮੌਜੂਦਾ ਦੌਰ 'ਚ ਕੋਈ ਵੀ ਹੋਵੇ, ਉਹਦੀ ਸੁਰੱਖਿਆ ਬਹੁਤ ਜ਼ਰੂਰੀ ਹੈ। ਮੈਂ ਧੰਨਵਾਦ ਕਰਦਾ SGPC ਦੇ ਉਹਨਾਂ ਨੌਜਵਾਨਾਂ ਦਾ, ਉਹਨਾਂ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਆਪਣੇ ਹੱਥ 'ਚ ਹਥਿਆਰ ਫੜ ਕੇ ਦਾਅਵਾ ਅਤੇ ਵਾਅਦਾ ਕੀਤਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਮੌਜੂਦਾ ਜਥੇਦਾਰ ਦੀ ਸੁਰੱਖਿਆ ਆਪ ਕਰਨਗੇ, ਉਹਨਾਂ ਨੂੰ ਆਂਚ ਨਹੀਂ ਆਉਣ ਦੇਣਗੇ। ਉਹ ਇਹ ਗੱਲ ਸੁਣੋ, ਜਿਹੜੇ ਆ ਵਿਚਾਰ ਪ੍ਰਚਾਰ ਕਰਦੇ ਨੇ ਉਹ ਬੇਵਕੂਫੋ। ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ, ਨਾ ਕਿ ਉਹ ਸਿੱਖ ਮਾਮਲਿਆਂ ਦਾ ਆਗੂ ਹੈ। ਉਹਨੂੰ ਪੰਜਾਬ ਸਰਕਾਰ ਚਲਾਉਣ ਦਿਓ। ਜਿੱਥੇ ਉਹਦੀਆਂ ਨਾਕਾਮੀਆਂ ਨੇ ਉਹਨੂੰ ਦੱਸੋ ਕਿ ਮਾਨ ਸਾਹਿਬ
ਤੁਸੀਂ ਕਿਸ ਰਸਤੇ ਤੇ ਜਾ ਰਹੇ ਹੋ। ਤੁਸੀਂ ਵੀ ਪਹਿਲੀਆਂ ਸਰਕਾਰਾਂ ਦੇ ਪਹਿਲੇ ਮੁੱਖ ਮੰਤਰੀਆਂ ਵਾਲੇ ਰਸਤੇ ਤੇ ਚੱਲਦੇ ਜਾ ਰਹੇ ਹੋ। ਤੁਸੀਂ ਵੀ ਧਾਰਮਿਕ ਮਾਮਲਿਆਂ 'ਚ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਜੇ। ਸ੍ਰੀ ਅਕਾਲ ਤਖਤ ਸਾਹਿਬ ਨੂੰ ਤੁਸੀਂ ਨਹੀਂ ਚਲਾ ਸਕਦੇ, ਸਿੱਖ ਕੌਮ ਦੇ ਪ੍ਰਬੰਧ ਨੂੰ ਨਹੀਂ ਤੁਸੀਂ ਚਲਾ ਸਕਦੇ। ਪਹਿਲਾਂ ਤੁਸੀਂ ਸੁਖਬੀਰ ਸਿੰਘ ਬਾਦਲ ਜਾਂ ਉਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਜਦੋਂ ਮੁੱਖ ਮੰਤਰੀ ਸਨ, ਸੁਖਬੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਨ ਪੰਜਾਬ ਦੇ, ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਇੱਥੇ ਫਖਰੇ ਕੌਮ ਅਵਾਰਡ ਦਿੱਤਾ ਜਾਂਦਾ ਰਿਹਾ। ਤੁਹਾਡੀ ਸੋਚ ਮਰ ਗਈ ਕਿ ਤੁਸੀਂ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਕਿ ਗਲਤ ਹੋ ਰਿਹਾ। ਪ੍ਰਕਾਸ਼ ਸਿੰਘ ਬਾਦਲ ਦੀ ਧਰਮ ਪਤਨੀ ਮਰਹੂਮ ਬੀਬੀ ਸੁਰਿੰਦਰ ਕੌਰ ਬਾਦਲ ਨੂੰ ਮਾਤਾ ਖੀਵੀ ਜੀ ਦਾ ਅਵਾਰਡ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਜਾਂਦਾ ਰਿਹਾ। ਸ਼ਰਮ 'ਚ ਡੁੱਬ ਕੇ ਮਰ ਜਾਓ, ਤੁਹਾਡੇ 'ਚੋਂ ਕੋਈ ਨਹੀਂ ਬੋਲਿਆ। ਸੁਖਬੀਰ ਬਾਦਲ ਨੇ ਜੋ ਕੀਤਾ ਸਰਸੇ ਵਾਲੇ ਸਾਧ ਨੂੰ ਲੈ ਕੇ, ਤੁਸੀਂ ਕਿਸੇ ਨੇ ਕੋਈ ਲਹਿਰ ਨਹੀਂ ਸਥਾਪਿਤ ਕੀਤੀ, ਕਿਸੇ ਨੇ ਕੋਈ ਨਹੀਂ ਬੋਲਿਆ, ਸਗੋਂ ਸਰਕਾਰੀ ਏਜੰਸੀਆਂ ਦੇ ਹੱਥਾਂ 'ਚ ਖੇਡਦੇ ਰਹੇ। ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਉੱਤੇ 5 ਸਾਲ ਲੋਕਾਂ ਨੂੰ ਬੇਵਕੂਫ ਬਣਾਇਆ, ਤੁਸੀਂ ਕਿਸੇ ਨੇ ਗੱਲ ਤੱਕ ਨਹੀਂ ਕੀਤੀ। ਹੁਣ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ, ਇੱਕ ਕਮੇਡੀਅਨ ਹੈ, ਇੱਕ ਆਰਟਿਸਟ ਕਲਾਕਾਰ ਹੈ। ਬੇਸ਼ੱਕ ਉਹ ਸੁਖਬੀਰ ਬਾਦਲ ਹੋਣਾ ਦੀਆਂ ਨਾਕਾਮੀਆਂ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਨਾਕਾਮੀਆਂ ਨੂੰ ਜੱਗ ਜ਼ਾਹਰ ਕਰਕੇ ਸਾਜ਼ਿਸ਼ ਪਾ ਕੇ ਛੱਡ ਕੇ ਤੁਹਾਡੀ ਹਮਦਰਦੀ ਲੈ ਕੇ ਇਸ ਵੇਲੇ ਪੰਜਾਬ ਦਾ ਮੁੱਖ ਮੰਤਰੀ ਹੈ, ਪਰ ਉਹਦੇ ਕੋਲ ਸਿੱਖ ਮਾਮਲੇ ਨੂੰ ਸੁਲਝਾਉਣ ਦੀ ਕਿਹੜੀ ਕੈਪੇਬਿਲਿਟੀ ਹੈ। ਜੇ ਤੁਸੀਂ ਫਿਰ ਇਹਨਾਂ ਲੋਕਾਂ ਨੂੰ ਸਾਡੇ ਧਾਰਮਿਕ ਮਾਮਲਿਆਂ ਦੀ ਵਾਗਡੋਰ ਫੜਾ ਦਿੱਤੀ ਤਾਂ ਨੁਕਸਾਨ ਅਸੀਂ ਹੰਡਾਉਣਾ ਹੈ। ਇਹਨਾਂ ਲੀਡਰਾਂ ਦਾ ਅਜੇ ਤੱਕ ਕੁਝ ਨਹੀਂ ਜੇ ਵਿਗੜਿਆ। ਮਾਨ ਸਾਹਿਬ ਨੂੰ ਮੇਰੀ ਵੀ ਇਹ ਅਪੀਲ ਹੈ ਕਿ ਮਾਨ ਸਾਹਿਬ ਪੰਜਾਬ ਸਰਕਾਰ ਚਲਾਓ। ਪੰਜਾਬ ਦੇ ਵਿੱਚ ਇਸ ਵੇਲੇ ਅਮਨ ਕਾਨੂੰਨ ਨਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ ਹੈਗੀ, ਰੋਜ਼ਾਨਾ ਕਤਲ ਹੋ ਰਹੇ ਨੇ। ਤੁਸੀਂ ਥੋੜ੍ਹਾ ਜਿਹਾ ਉਹ ਕੁਰਸੀ ਤੋਂ ਬਾਹਰ ਆਓ। ਜਿਸ ਤਰ੍ਹਾਂ ਦੇ ਤੁਹਾਨੂੰ ਪਹਿਲਾਂ ਲੋਕ ਭਗਵੰਤ ਮਾਨ ਵੇਖਦੇ ਰਹੇ ਨੇ ਕਿ ਭਗਵੰਤ ਮਾਨ ਆਮ ਲੋਕਾਂ 'ਚ ਤੁਰਿਆ ਫਿਰਦਾ ਸੀ, ਆਮ ਲੋਕਾਂ ਦੀ ਗੱਲ ਕਰਦਾ ਸੀ, ਉਸ ਤਰ੍ਹਾਂ ਦੇ ਮਾਨ ਸਾਹਿਬ ਬਣ ਕੇ ਆਓ। ਜੇ ਤੁਸੀਂ ਅੰਦਰ ਬਹਿ ਕੇ ਬਿਆਨ ਹੀ ਜਾਰੀ ਕਰਨੇ ਆ, ਅੰਦਰੋਂ ਹੀ ਸਾਰਾ ਕੁਝ ਕਰਨਾ, ਤਾਂ ਇਹ ਤਾਂ ਸੁਖਬੀਰ ਬਾਦਲ ਵੀ ਕਰਦਾ ਰਿਹਾ, ਪ੍ਰਕਾਸ਼ ਸਿੰਘ ਬਾਦਲ ਵੀ ਕਰਦਾ ਰਿਹਾ, ਕੈਪਟਨ ਅਮਰਿੰਦਰ ਸਿੰਘ ਵੀ ਕਰਦਾ ਪਿਆ, ਜਿਨ੍ਹਾਂ ਨੂੰ ਖਮਿਆਜਾ ਭੁਗਤਣਾ ਪਿਆ ਕਿ ਅੱਜ ਉਹ ਸਿਆਸਤ ਤੋਂ ਹਾਸੀਏ 'ਤੇ ਖੜ੍ਹੇ ਆ ਅਤੇ ਉਹ ਸਾਰੀ ਰਹਿੰਦੀ ਜ਼ਿੰਦਗੀ ਤੱਕ ਉੱਠ ਨਹੀਂ ਸਕਦੇ। ਮੈਨੂੰ ਪਤਾ ਇਸ ਗੱਲ ਦਾ, ਮੈਂ ਦਾਅਵਾ ਕਰਦਾ ਕਿ ਪੰਜਾਬੀ ਕਦੇ ਮਾफ़ ਨਹੀਂ ਕਰਨਗੇ ਸੁਖਬੀਰ ਬਾਦਲ ਨੂੰ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਉਹਦੇ ਰਾਜ 'ਚ ਹੋਈ ਹੈ, ਉਹਦੇ ਕੋਈ ਇਨਸਾਫ ਨਹੀਂ ਕੀਤਾ ਗਿਆ। ਅਤੇ ਕੈਪਟਨ ਅਮਰਿੰਦਰ ਸਿੰਘ ਨੇ 5 ਸਾਲ ਉੱਤੇ ਸਿਆਸੀ ਰੋਟੀਆਂ ਸੇਕੀਆਂ। ਸੋ ਇਸ ਕਰਕੇ ਸਾਨੂੰ ਮਾਨ ਸਾਹਿਬ ਤੁਹਾਨੂੰ ਖਾਸ ਕਰਕੇ ਸਮਝਣ ਦੀ ਲੋੜ ਹੈ ਕਿ ਪੰਜਾਬੀ ਬਦਲਾ ਲੈਣਾ ਨਹੀਂ ਛੱਡਦੇ। ਹੁਣ ਤਾਂ ਇਹਨਾਂ ਕੋਲ ਆ ਬਟਨ ਦੀ ਤਾਕਤ ਆ ਗਈ ਹੈ ਵੋਟ ਦੀ। ਹੁਣ ਤਾਂ ਇਹ ਚੁੱਪ ਕਰਕੇ ਦੱਸ ਦਿੰਦੇ ਅਗਲੇ ਨੂੰ ਕਿ ਤੇਰੀ ਔਕਾਤ ਕੀ ਹੈ। ਤੁਸੀਂ ਲੋਕ ਲੀਡਰ ਹੋ ਅਤੇ ਲੋਕ ਲੀਡਰ ਬਣੇ ਰਹੋ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਪਰ ਭੁੱਲ ਕੇ ਵੀ ਸਿੱਖ ਮਾਮਲਿਆਂ ਨੂੰ ਨਾ ਛੇੜਿਓ। ਭੁੱਲ ਕੇ ਵੀ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਨਾ ਕਰਿਓ। ਜਿਹੋ ਜਿਹੀਆਂ ਹਰਕਤਾਂ ਪਿਛਲੇ ਦਿਨੀ ਤੁਹਾਡੇ ਵੱਲੋਂ ਕੀਤੀਆਂ ਗਈਆਂ ਨੇ, ਕਿਸੇ ਦੀ ਸੁਰੱਖਿਆ ਵਾਪਸ ਲੈ ਲਈ, ਕਿਸੇ ਦਾ ਉਹ ਕਰ ਲਿਆ ਅਤੇ ਫਿਰ ਉਸੇ ਮੂੰਹ ਨਾਲ ਵਾਪਸ ਕਰਨੀ ਪਈ। ਤੁਸੀਂ ਇੱਕ ਜ਼ਿੰਮੇਵਾਰ ਅਹੁਦੇ 'ਤੇ ਬੈਠੇ ਜੇ, ਔਰ ਜ਼ਿੰਮੇਵਾਰੀ ਵਾਲਾ ਕੰਮ ਕਰੋ। ਪੰਜਾਬ ਨੂੰ ਨਵੀਆਂ ਲੀਹਾਂ 'ਤੇ ਪਾਓ, ਤਰੱਕੀ ਦੀਆਂ ਲੀਹਾਂ 'ਤੇ ਪਾਓ, ਖੁਸ਼ਹਾਲ ਬਣਾਓ। ਬੜੀ ਲੋੜ ਹੈ ਇਸ ਵੇਲੇ ਸਾਨੂੰ, ਬੜਾ ਪਛੜ ਚੁੱਕਾ ਹੈ ਪੰਜਾਬ। ਨਸ਼ਿਆਂ ਦੀ ਮਾਰ ਹੇਠ ਨੌਜਵਾਨੀ ਹੈ, ਕਰਜ਼ਿਆਂ ਦੀ ਮਾਰ ਹੇਠ ਕਿਸਾਨੀ ਹੈ, ਪ੍ਰਵਾਸ ਹੋ ਰਿਹਾ ਹੈ, ਹਜਰਤ ਹੋ ਰਹੀ ਹੈ ਬਾਹਰਲੇ ਦੇਸ਼ਾਂ ਦੀ। ਉਹਨਾਂ ਨੂੰ ਰੋਕਣ ਦੀ ਲੋੜ ਹੈ। ਜਿਸ ਤਰ੍ਹਾਂ ਦਾ ਤੁਸੀਂ ਪਲਾਨ ਕਰਦੇ ਹੋ ਕਰੋ। ਸੋ ਗੱਲ ਵਿਸ਼ੇ ਤੋਂ ਬਾਹਰ ਨਾ ਚੱਲ ਜਾਵੇ। ਮੈਂ ਫਿਰ ਆਪਣੇ ਸਿੱਖਾਂ ਨੂੰ, ਵੀਰਾਂ ਨੂੰ, ਪੰਜਾਬੀਆਂ ਨੂੰ ਅਤੇ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਹਾਲ ਕਰਨ ਦਾ ਦਰਦ ਰੱਖਣ ਵਾਲਿਆਂ ਨੂੰ ਇਹ ਅਪੀਲ ਕਰਦਾ ਕਿ ਦੋਸਤੋ, ਸਾਡੇ ਜਿਹੜੇ ਇਸ ਵੇਲੇ ਧਾਰਮਿਕ ਆਗੂ ਨੇ, ਭਾਵੇਂ ਉਹ ਹਿੰਦੂ ਧਰਮ ਨਾਲ ਸੰਬੰਧਿਤ ਨੇ, ਭਾਵੇਂ ਸਿੱਖ ਕੌਮ ਨਾਲ ਸੰਬੰਧਿਤ ਨੇ, ਭਾਵੇਂ ਕਿਸੇ ਹੋਰ ਧਰਮ ਨਾਲ ਸੰਬੰਧਿਤ ਨੇ, ਉਹਨਾਂ ਦੀ ਸੁਰੱਖਿਆ ਬੜੀ ਜ਼ਰੂਰੀ ਜੇ। ਇਹ ਏਜੰਸੀਆਂ ਲਾਂਬੂ ਲਾਉਣ ਲਈ ਕੁਝ ਵੀ ਕਰਵਾ ਸਕਦੀਆਂ ਜੇ। ਸਿੱਖ ਵਿਰੋਧੀ ਜਾਂ ਪੰਜਾਬ ਵਿਰੋਧੀ ਤਾਕਤਾਂ ਪੰਜਾਬ ਨੂੰ ਫਿਰ ਬਲਦੀ ਦੇ ਬੂਥੇ 'ਚ ਢੱਕਣ ਲਈ ਆਪਣੇ ਮਨਸੂਬਿਆਂ ਨੂੰ ਜਿਹੜਾ ਆ ਉਹ ਪੂਰਾ ਕਰ ਸਕਦੀਆਂ। ਜਿਹੜੇ ਘਟੀਆ ਮਨਸੂਬੇ ਨੇ, ਹੋਸ਼ ਦੇ ਵਿੱਚ ਆਓ। ਆਪਣੀਆਂ ਨਿੱਕੀਆਂ ਨਿੱਕੀਆਂ ਨਾਰਾਜ਼ਗੀਆਂ ਨੂੰ ਛੱਡ ਕੇ ਪੰਜਾਬ ਦੇ ਭਲੇ ਹਿੱਤ ਕੰਮ ਕਰੀਏ। ਸੋ ਤੁਸੀਂ ਗਰਾਊਂਡ ਪੰਜਾਬ TV ਨਾਲ ਜੁੜੇ ਰਹਿਣਾ। ਕੋਸ਼ਿਸ਼ ਕਰਾਂਗੇ ਜੀ ਹੋਰ ਵੀ ਜਾਣਕਾਰੀ ਤੁਹਾਡੇ ਨਾਲ ਜਲਦ ਸਾਂਝੀ ਕਰੀਏ।